ਨਮਸਕਾਰ ਜੀ, ਮੈਂ ਹਾਂ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ। ਅੱਜ ਪਹੁੰਚੇ ਹੋਏ ਹਾਂ ਫਰੀਦਕੋਟ ਦੀ ਅਨਾਜ ਮੰਡੀ ਦੇ ਵਿੱਚ। ਮਸਲਾ ਹੈ ਕਿ ਪੰਜਾਬ ਦੇ ਵਿੱਚ ਕੱਲ੍ਹ ਤੋਂ ਸਰਕਾਰੀ ਖਰੀਦ ਕਣਕ ਦੀ ਸ਼ੁਰੂ ਹੋਣ ਵਾਲੀ ਆ। ਮੰਡੀਆਂ ਦੇ ਵਿੱਚ ਕਣਕ ਕਿਸਾਨਾਂ ਨੇ ਲਿਆਉਣੀ ਸ਼ੁਰੂ ਕਰ ਦਿੱਤੀ ਹੈ। ਹਾਲਾਤ ਇਹ ਆ ਕਿ ਕਣਕ ਪਹੁੰਚਣੀ ਸ਼ੁਰੂ ਹੋ ਗਈ ਆ, ਪਰ ਸਰਕਾਰ ਦੇ ਵੱਲੋਂ ਹਾਲੇ ਤੱਕ ਕੇਂਦਰ ਸਰਕਾਰ ਨਾਲ ਮਿਲ ਕੇ ਇਹ ਫੈਸਲਾ ਨਹੀਂ ਹੋ ਸਕਿਆ ਕਿ ਜਿਹੜੀ ਖਰੀਦ ਦੀ ਅਦਾਇਗੀ ਹੈ ਕਿਸਾਨਾਂ ਨੂੰ ਉਹ ਸਿੱਧੀ ਹੋਣੀ ਆ। ਤੇ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਆੜ੍ਹਤੀਆਂ ਦੇ ਖਾਤਿਆਂ ਵਿੱਚ ਜਿਹੜੀ ਖਰੀਦ ਆ ਉਹ ਕੀਤੀ ਜਾਵੇ, ਤੇ ਕੇਂਦਰ ਸਰਕਾਰ ਇਸ ਗੱਲ ਤੇ ਅੜੀ ਹੋਈ ਆ ਕਿ ਇਹ ਕਿਸਾਨਾਂ ਨੂੰ ਸਿੱਧੀ ਅਦਾਇਗੀ ਕੀਤੀ ਜਾਊਗੀ। ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਇਸ ਰੇੜਕੇ ਨੂੰ ਲੈ ਕੇ ਪਿਸ ਰਿਹਾ ਕਿਸਾਨ। ਇੱਕ ਪਾਸੇ ਕਿਸਾਨ ਦਿੱਲੀ ਬੈਠਾ ਹੋਇਆ ਆ ਜਿਹੜੇ ਕਾਲੇ ਕਾਨੂੰਨ ਆ ਉਹਨਾਂ ਨੂੰ ਰੱਦ ਕਰਾਉਣ ਲਈ, ਤੇ ਦੂਜੇ ਪਾਸੇ ਹੁਣ ਮੰਡੀਆਂ ਦੇ ਵਿੱਚ ਕਿਸਾਨ ਰੋਲਣ ਲਈ ਬਿਲਕੁਲ ਤਿਆਰ ਹੈ। ਮੰਡੀਆਂ ਦੇ ਵਿੱਚ ਹਾਲਾਤ ਇਹ ਆ ਕਿ ਕਣਕ ਦੀ ਜਿਹੜੀ ਪਿੰਡਾਂ ਦੇ ਵਿੱਚ ਵਾਢੀ ਜ਼ੋਰਾਂ 'ਤੇ ਆ, ਪਰ ਖਰੀਦ ਸ਼ੁਰੂ ਨਾ ਹੋਣ ਕਰਕੇ ਜਾਂ ਖਰੀਦ ਪ੍ਰਬੰਧ ਵਧੀਆ ਨਾ ਹੋਣ ਕਰਕੇ ਜਾਂ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਨਾ ਕੀਤਾ ਹੋਣ ਕਰਕੇ ਵੀ ਅਦਾਇਗੀ ਕਿਸ ਤਰ੍ਹਾਂ ਹੋਣੀ ਆ, ਕਿਸਾਨ ਮੰਡੀਆਂ 'ਚ ਲਿਆ ਨਹੀਂ ਰਹੇ ਤੇ ਘਰਾਂ 'ਚ ਸਟੋਰ ਕਰ ਰਹੇ ਆ। ਕੀ ਪਰੇਸ਼ਾਨੀ ਆਉਣ ਵਾਲੀ ਆ ਕਿਸਾਨਾਂ ਨੂੰ ਉਹਨਾਂ ਨਾਲ, ਤੇ ਆੜ੍ਹਤੀਆਂ ਨੂੰ ਕੀ ਪਰੇਸ਼ਾਨੀ ਆਉਣ ਵਾਲੀ ਆ ਆਉਣ ਵਾਲੇ ਦਿਨਾਂ ਦੇ ਵਿੱਚ, ਆਓ ਮੰਡੀ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਕੀ ਸਰਕਾਰੀ ਪ੍ਰਬੰਧ ਕੀਤੇ ਹੋਏ ਆ। ਇਸ ਤੋਂ ਬਾਅਦ ਅਧਿਕਾਰੀਆਂ ਨਾਲ ਵੀ ਗੱਲ ਕਰਾਂਗੇ। ਸਿੱਧੀ ਅਦਾਇਗੀ ਨੂੰ ਲੈ ਕੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਆਮਣੇ ਸਾਹਮਣੇ ਹੈ। ਪੰਜਾਬ ਸਰਕਾਰ ਦਾ ਤਰਕ ਹੈ ਕਿ ਅਸੀਂ ਜਿਹੜੀ ਅਦਾਇਗੀ ਕਰਨੀ ਹੈ ਥਰੂ ਆੜ੍ਹਤੀਏ ਦੇ ਮੰਡੀਕਰਨ ਸਿਸਟਮ ਦੇ ਹਿਸਾਬ ਨਾਲ ਕਰਨੀ ਹੈ। ਮੰਡੀਕਰਨ ਬੋਰਡ ਦੇ ਵਿੱਚ ਜਦੋਂ ਕਿ ਕਿਸਾਨ ਯੂਨੀਅਨ ਨੇ ਇੱਕ ਰਿਟ ਪਾਈ ਸੀ, ਉਹਦੇ ਵਿੱਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਸਾਨ ਨੂੰ ਇੱਕ ਫਰੀडम ਦਿੱਤੀ ਸੀ ਕਿ ਕੋਈ ਵੀ ਕਿਸਾਨ ਆਪਦੀ ਮਰਜ਼ੀ ਨਾਲ ਚਾਹੇ ਤਾਂ ਸਿੱਧੀ ਅਦਾਇਗੀ ਲੈ ਸਕਦਾ ਤੇ ਚਾਹੇ ਆੜ੍ਹਤੀਏ ਦੀ ਲੈ ਲੈ। ਹੁਣ ਤੱਕ 10-12 ਸਾਲ 15 ਸਾਲ ਹੋ ਗਏ ਜਦੋਂ ਦਾ ਡਿਸੀਜਨ ਹੋਇਆ, ਜੇ ਕੋਈ ਕਿਸਾਨ ਸਾਡੇ ਤੋਂ ਸਿੱਧੀ ਮੰਗਦਾ ਅਸੀਂ ਉਹਨੂੰ ਸਿੱਧੀ ਦੇ ਦਿੰਦੇ ਹਾਂ, ਜੇ ਉਹ ਕਦੇ ਆੜ੍ਹਤੀਏ ਨੇ ਮੰਗਦਾ ਆੜ੍ਹਤੀਏ ਦੇ ਦਿੰਦੇ ਹਾਂ। ਪੰਜਾਬ ਦੇ ਵਿੱਚ ਘੱਟ ਤੋਂ ਘੱਟ 20-25-30 ਲੱਖ ਕਿਸਾਨ ਹੈ, ਲੇਕਿਨ ਅੱਜ ਤੱਕ ਕਿਸੇ ਵੀ ਕਿਸਾਨ ਨੇ ਇਹ ਸ਼ਿਕਾਇਤ ਨਹੀਂ ਕੀਤੀ ਕਿ ਸਾਨੂੰ ਕਿਸੇ ਆੜ੍ਹਤੀਏ ਨੇ ਮੇਰੀ ਪੇਮੈਂਟ ਨਹੀਂ ਦਿੱਤੀ। ਸਿਰਫ ਪੰਜਾਬ 'ਚ 2 ਬੰਦੇ ਸੀਗੇ ਜਿਨ੍ਹਾਂ ਨੇ ਅੱਜ ਤੱਕ ਪੰਜਾਬ 'ਚ ਸਿੱਧੀ ਅਦਾਇਗੀ ਲਿੱਤੀ ਆ, ਹੁਣ ਉਹ ਵੀ ਆੜ੍ਹਤੀਆਂ ਰਾਹੀਆਂ ਲੈਣ ਲੱਗੇ ਆ। ਹੁਣ ਤੱਕ ਇਹ ਸਾਨੂੰ ਚੋਰ ਕਹਿੰਦੇ ਹੁੰਦੇ ਸੀਗੇ, ਹੁਣ 9 ਮਾਸ ਦਾ ਰਿਸ਼ਤਾ ਵੀ ਕਹਿਣ ਲੱਗ ਗਏ ਆ। ਆੜ੍ਹਤੀਆਂ ਦਾ ਸਿਸਟਮ ਬਹੁਤ ਹੀ ਇਮਾਨਦਾਰੀ ਨਾਲ, ਤੇ ਕਿਸਾਨ ਦਾ ਜਿਹੜਾ ਸਿਸਟਮ ਹੈ ਉਹ ਇਮਾਨਦਾਰੀ ਨਾਲ, ਜਿਹਨੂੰ ਕਿ ਕਹਿ ਸਕਦੇ ਆਪਾਂ ਪੰਜਾਬੀ 'ਚ 9 ਮਾਸ ਦਾ ਰਿਸ਼ਤਾ, ਇਸ ਨੂੰ ਅਸੀਂ ਬਰਕਰਾਰ ਰੱਖਣਾ ਚਾਹੁੰਦੇ ਹਾਂ। ਅਸੀਂ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜੋ ਮੰਡੀਕਰਨ ਬੋਰਡ ਸਾਡਾ ਪੰਜਾਬ ਦਾ ਕਹਿੰਦਾ ਉਸ ਹਿਸਾਬ ਨਾਲ ਸਾਡੀ ਇਹ ਸਿੱਧੀ ਅਦਾਇਗੀ ਤੋਂ ਬਜਾਏ ਮੰਡੀਕਰਨ ਬੋਰਡ ਦੇ ਜਿਹੜਾ ਐਕਟ ਹੈਗਾ ਉਹਦੇ ਰਾਹੀਂ ਉਵੇਂ ਜੋ ਕੋਈ ਕੀਤੀ ਜਾਵੇ, ਤਾਂ ਕਿ ਘੱਟ ਤੋਂ ਘੱਟ 60-70 ਹਜ਼ਾਰ ਆੜ੍ਹਤੀਏ ਦਾ ਪਰਿਵਾਰ ਬੇਕਾਰ ਹੋ ਜਾਊਗਾ। ਉਸ ਤੋਂ ਬਾਅਦ ਮਜ਼ਦੂਰ ਬੇਕਾਰ ਹੋ ਜਾਣਗੇ। ਉਸ ਤੋਂ ਬਾਅਦ ਬੜੀਆਂ ਪ੍ਰੋਬਲਮਸ ਆਉਣਗੀਆਂ। ਛੋਟੇ ਕਿ ਜ਼ਿਮੀਂਦਾਰ ਵੀ ਇਸ ਗੱਲ 'ਚ ਫੈਕਟਰ ਹੋਣਗੇ। ਇਸ ਕਰਕੇ ਤਾਂ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੀ ਸਿੱਧੀ ਅਦਾਇਗੀ ਦੀ ਆੜੀ ਛੱਡ ਕੇ ਜੋ ਮੰਡੀ ਬੋਰਡ ਦਾ ਸਾਡਾ ਸਿਸਟਮ ਕਹਿੰਦਾ ਉਹਨੂੰ ਲਾਗੂ ਕੀਤਾ ਜਾਵੇ। ਜਿਹੜਾ ਹੁਣ ਹੜਤਾਲ ਚੱਲ ਰਹੀ ਹੈ, ਜੇ ਹੜਤਾਲ ਲਾਗੂ ਰਹਿੰਦੀ ਹੈ ਤਾਂ ਇਹਦਾ ਖਰੀਦ ਤੇ ਕੀ ਅਸਰ ਪਊਗਾ? ਇਹਦੇ ਖਰੀਦ 'ਤੇ ਬਹੁਤ ਵੱਡਾ ਅਸਰ ਪਊਗਾ। ਕਿਸਾਨ ਹੁਣ ਆਪਦੀ ਕਿਸੇ ਦੀ ਕਟਾਈ ਰੋਕ ਨਹੀਂ ਸਕਦਾ। ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਵਿਸਾਖੀ ਤੋਂ ਪਹਿਲਾਂ ਕਣਕ ਨੇ ਆ ਹੀ ਜਾਣਾ ਹੈ। ਚਾਹੇ ਤਾਂ ਕਿਸਾਨ ਘਰੇ ਰੱਖੂਗਾ, ਘਰੇ ਰੱਖਣ ਦੀ ਕਿਸੇ ਦੀ ਕਪੈਸਿਟੀ ਨਹੀਂ ਗੀ, ਉਹਨੇ ਮੰਡੀ 'ਚ ਲਿਆ ਕੇ ਢੇਰੀ ਕਰਨਾ। ਮੰਡੀ 'ਚ ਕਿ ਆੜ੍ਹਤੀਆਂ ਨੇ ਹੜਤਾਲ ਹੈ, ਉਹ ਕਿਸੇ ਨੇ ਵੇਚਣੀ ਨਹੀਂ। ਇਹਦੇ ਨਾਲ ਖੱਜਲ ਖੁਆਰ ਕਿਸਾਨ ਵੀ ਹੋਊਗਾ, ਮਜ਼ਦੂਰ ਵੀ ਹੋਣਗੇ, ਆੜ੍ਹਤੀ ਵੀ ਹੋਣਗੇ, ਪ੍ਰਸ਼ਾਸਨ 'ਤੇ ਵੀ ਬਹੁਤ ਵੱਡਾ ਪ੍ਰੈਸ਼ਰ ਪਊਗਾ। ਇਸ ਕਰਕੇ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਹ ਮਸਲੇ ਨੂੰ ਹੱਲ ਕਰਾ ਕੇ ਕਿ ਕੱਲ੍ਹ ਤੋਂ ਅਸੀਂ ਖਰੀਦ ਸ਼ੁਰੂ ਕਰੀਏ, ਅਤੇ ਜੋ ਮੰਡੀ ਬੋਰਡ ਦਾ ਸਿਸਟਮ ਹੈ, ਜੋ ਮਾਨਯੋਗ ਹਾਈ ਕੋਰਟ ਨੇ ਕਿਹਾ ਉਹਦੇ ਮੁਤਾਬਕ ਸਾਡੀ ਪੇਮੈਂਟ ਉਹ ਲਾਗੂ ਕੀਤੀ ਜਾਵੇ। ਧੰਨਵਾਦ। ਤੁਸੀਂ ਆੜ੍ਹਤੀ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ, ਤੁਹਾਨੂੰ ਲੱਗਦਾ ਵੀ ਸਰਕਾਰ ਨੇ ਪ੍ਰਬੰਧ ਸਾਰੇ ਕਰ ਲਏ ਆ ਖਰੀਦ ਦੇ, ਕੱਲ੍ਹ ਨੂੰ ਜਿਹੜੀ ਸ਼ੁਰੂ ਹੋਣੀ ਆ? ਸਰਕਾਰ ਦੇ ਪ੍ਰਬੰਧ ਤਾਂ ਅਜੇ ਤੱਕ, ਜਦੋਂ ਇਹਨਾਂ ਦਾ ਆਪਸ ਵਿੱਚ ਹੀ ਢਿੱਕਾ ਪਿਆ, ਉਹ ਕਹਿੰਦੇ ਅਸੀਂ ਸਿੱਧੀ ਪੇਮੈਂਟ ਕਰਨੀ ਹੈ, ਉਹ ਕਹਿੰਦੇ ਅਸੀਂ ਆੜ੍ਹਤੀਆਂ ਰਾਹੀਂ ਕਰਨੀ ਹੈ। ਅੱਜ ਤਾਂ ਪੰਜਾਬ ਸਰਕਾਰ ਦੇ ਇਸ ਗੱਲ ਧੰਨਵਾਦ ਕਰਦੇ ਹਾਂ ਕਿ ਘੱਟੋ ਘੱਟ ਉਹ ਸਾਡੇ ਨਾਲ ਖੜ੍ਹੀ ਤਾਂ ਹੈ। ਅਸੀਂ ਤਾਂ ਆਪ ਕਹਿੰਦੇ ਹਾਂ ਕਿ ਜੋ ਵੀ ਕਰਨਾ ਹੈ ਕਿ ਮੰਡੀ ਬੋਰਡ ਦੇ ਐਕਟ ਮੁਤਾਬਕ ਪੰਜਾਬ ਦਾ ਇਹ ਸਟੇਟ ਲੈਵਲ ਦਾ ਕਹਿੰਦੇ ਸਾਡਾ ਹੈਗਾ ਸਾਰਾ ਕੁਝ। ਮਾਨਯੋਗ ਹਾਈ ਕੋਰਟ ਨੇ ਡਿਸੀਜਨ ਦਿੱਤਾ ਹੋਇਆ। ਮਾਨਯੋਗ ਹਾਈ ਕੋਰਟ ਦੇ ਉੱਤੇ ਤਾਂ ਕੋਈ ਨਹੀਂ ਹੁੰਦਾ ਗਾ। ਹਾਈ ਕੋਰਟ ਨੇ ਫਰੀडम ਦਿੱਤੀ ਹੈ ਕਿਸਾਨ ਨੂੰ ਕਿ ਉਹ ਆਪਦੇ ਆਪ ਆੜ੍ਹਤੀਏ ਤੋਂ ਲੈ ਲੈ ਪੇਮੈਂਟ, ਚਾਹੇ ਸਿੱਧੀ ਲੈ ਲੈ। ਸਾਨੂੰ ਉਸ ਗੱਲ 'ਚ ਕੋਈ ਓਬਜੈਕਸ਼ਨ ਹੀ ਨਹੀਂ ਗਾ, ਜਿਵੇਂ ਉਹ ਕਿਸਾਨ ਕੋਈ ਦੇਣ ਨੂੰ ਤਿਆਰ। ਦੇਖੋ ਜੀ, ਪਿਛਲੇ ਸਾਲ ਜਿਹੜੀ ਕਣਕ ਦਾ ਸੀ ਪਰਚੇਸ ਸੀ ਉਹ 1 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਸੀ। ਇਸ ਵਾਰ 10 ਅਪ੍ਰੈਲ ਤੋਂ ਸ਼ੁਰੂ ਹੈ। ਕਣਕ ਮੰਡੀਆਂ ਦੇ ਵਿੱਚ ਆ ਚੁੱਕੀ ਹੈ। ਕਣਕ ਹਾਲੇ ਤੱਕ ਵਿਕਣੀ ਸ਼ੁਰੂ ਨਹੀਂ ਹੋਈ। ਸਰਕਾਰ ਨੇ 10 ਤਰੀਕ ਤੋਂ 10 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਦਾ ਐਲਾਨ ਕੀਤਾ ਹੈ।
ਪਰ ਜੋ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦਾ ਵਿੱਚ ਤਾਲਮੇਲ ਨਹੀਂ ਹੋ ਰਿਹਾ ਜਾਂ ਕੁਝ ਰੇੜਕਾ ਚੱਲ ਰਿਹਾ ਹੈ, ਸਾਨੂੰ ਨਹੀਂ ਲੱਗਦਾ ਕੋਈ ਇਹਦਾ ਫਰੂਟਫੁਲ ਰਿਜ਼ਲਟ ਆਏਗਾ। ਕੋਈ ਇਸ ਦਾ ਨੁਕਸਾਨ ਆੜ੍ਹਤੀਆਂ ਨੂੰ ਵੀ ਹੈ ਤੇ ਜ਼ਿਮੀਂਦਾਰਾਂ ਨੂੰ ਵੀ ਹੈ। ਜਿਹੜਾ ਹੜਤਾਲ ਚੱਲ ਰਹੀ ਹੈ, ਹੜਤਾਲ ਦਾ ਕੀ ਅਸਰ ਹੋਣਾ ਇਸ ਖਰੀਦ ਤੇ? ਹੜਤਾਲ ਦਾ ਜੀ ਕਿਸਾਨਾਂ ਤੇ ਔਰ ਆੜ੍ਹਤੀਆਂ ਦੋਵਾਂ ਤੇ ਹੀ ਬਰਾਬਰ ਦਾ ਨੁਕਸਾਨ ਹੋਣਾ ਹੈ। ਜਦੋਂ ਕਿਸਾਨ ਕੋਲ ਪੇਮੈਂਟ ਆਉਂਦੀ ਹੈ, ਆੜ੍ਹਤੀ ਰਾਹੀਂ ਜੋ ਪੁਰਾਣਾ ਸਿਸਟਮ ਸੀ ਬਹੁਤ ਵਧੀਆ ਸਿਸਟਮ ਸੀ, ਅਸੀਂ ਚਾਹੁੰਦੇ ਹਾਂ ਵੀ ਜੋ ਪੁਰਾਣੇ ਸਿਸਟਮ ਰਾਹੀਂ ਹੀ ਇਸ ਵਾਰ ਵੀ ਉੱਦਾਂ ਹੀ ਖਰੀਦ ਹੋਵੇ। ਜੋ APMC ਐਕਟ ਹੈ ਹਿੰਦੁਸਤਾਨ ਦਾ ਸਭ ਤੋਂ ਵਧੀਆ ਐਕਟ ਹੈ। ਇਸ ਨੂੰ ਵੇਖ ਕੇ ਦੂਜੇ ਬਾਹਰਲੇ ਮੁਲਕਾਂ ਨੇ ਵੀ, ਰਾਦਰ ਸਪੇਨ ਔਰ ਹੋਰ ਮੁਲਕਾਂ ਨੇ ਵੀ ਇਸ ਨੂੰ ਅਪਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਮਾਡਲ ਸਭ ਤੋਂ ਵਧੀਆ ਮਾਡਲ ਹੈ। ਅਸੀਂ ਚਾਹੁੰਦੇ ਵੀ ਉਸ ਮਾਡਲ ਰਾਹੀਂ ਹੀ ਖਰੀਦ ਹੋਵੇ। ਆੜ੍ਹਤੀ ਔਰ ਕਿਸਾਨ ਦਾ ਰਿਸ਼ਤਾ ਖਰਾਬ ਕਰਨ ਵਾਲੀ ਗੱਲ ਕੀਤੀ ਜਾ ਰਹੀ ਹੈ। ਜਿਹੜਾ ਸਰਕਾਰ 10 ਤਰੀਕ ਤੋਂ ਖਰੀਦ ਕਰਨ ਸ਼ੁਰੂ ਕਰਨ ਦਾ ਐਲਾਨ ਕਰ ਚੁੱਕੀ ਜੀ, ਤੁਹਾਨੂੰ ਲੱਗਦਾ ਕਿ ਮੰਡੀਆਂ ਦੇ ਵਿੱਚ ਉਸ ਤਰ੍ਹਾਂ ਦੇ ਪ੍ਰਬੰਧ ਹੋ ਗਏ ਖਰੀਦ ਦੇ? ਪ੍ਰਬੰਧ ਤਾਂ ਆਲਮੋਸਟ ਕੰਪਲੀਟ ਹੋ ਰਹੇ ਆ ਜੀ, ਪਰ ਬਾਰਦਾਨਾ ਜਿਵੇਂ ਸਾਨੂੰ ਸੁਣਨ ਚ ਆ ਰਿਹਾ ਵੀ ਹਾਲੇ ਤੱਕ ਬਾਰਦਾਨਾ ਸਰਕਾਰ ਕੋਲ ਖਰੀਦ ਨਹੀਂ ਹੈ ਤੇ ਬਾਰਦਾਨੇ ਦੀ ਸ਼ਾਰਟੇਜ ਰਹੇਗੀ। ਬਾਰਦਾਨਾ ਲੱਗਦਾ ਹੈ ਵੀ ਇਹ 70-80% ਹੀ ਇਹਨਾਂ ਸਟੇਟ ਏਜੰਸੀਆਂ ਕੋਲ ਹੈ। ਜਿਹੜੀ ਸਟੋਰੇਜ ਦੀ ਹੁੰਦੀ ਹਰ ਵਾਰੀ ਪ੍ਰੋਬਲਮ, ਸਟੋਰੇਜ ਤਾਂ ਹੋ ਸਕਦੀ ਹੈ ਜੀ ਵੀ ਸ਼ਹਿਰਾਂ 'ਚ ਹੋ ਜਾਏ, ਜੇ ਨਾ ਇਹਨਾਂ ਦੇ ਗਡਾਊਨਾਂ 'ਚ ਹੋਈ ਤਾਂ ਸ਼ਹਿਰਾਂ ਦੇ ਵਿੱਚ ਲਾਉਣ ਦੀ ਕੋਸ਼ਿਸ਼ ਕਰੇਗੀ ਸਰਕਾਰ, ਜੋ ਸਾਡੇ ਸੂਤਰਾਂ ਮੁਤਾਬਕ ਸਾਨੂੰ ਪਤਾ ਲੱਗ ਰਿਹਾ ਹੈ। ਕੀ ਲੱਗ ਰਿਹਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਅਸਾਰ ਹੈ ਕਿਸੇ ਧਿਰ ਦੇ ਨੀਵਾਂ ਹੋਣ ਦੇ? ਦੇਖੋ, ਕੱਲ ਜਿੱਦਾਂ ਕੇਂਦਰ ਸਟੇਟ ਦੇ ਮਿਨਿਸਟਰ ਗਏ ਸਨ, ਸਰਦਾਰ ਮਨਪ੍ਰੀਤ ਸਿੰਘ ਬਾਦਲ FM ਸਾਹਿਬ ਗਏ ਸਨ, ਭਾਰਤ ਭੂਸ਼ਣ ਆਸ਼ੂ ਜੀ ਗਏ ਸਨ, ਸਰਦਾਰ ਲਾਲ ਸਿੰਘ ਗਏ ਸਨ, ਜਿੱਦਾਂ ਔਰ ਇੱਕ ਮੰਤਰੀ ਹੋਰ ਗਏ ਸਨ, ਸਿੰਗਲਾ ਸਾਹਿਬ ਗਏ ਸਨ। ਉਹਨਾਂ ਨੂੰ ਪੀਯੂਸ਼ ਗੋਇਲ ਜੀ ਨੇ ਸਾਫ਼ ਜਵਾਬ ਦੇ ਦਿੱਤਾ ਹੈ ਤੇ ਕੋਈ ਟਕਰਾਅ ਦੀ ਹੀ ਰੀਤੀ ਲੱਗਦੀ ਹੈ। ਵੀ ਹੁਣ ਸੁਣਨ 'ਚ ਆ ਰਿਹਾ ਵੀ BJP ਦੇ ਕੁਝ ਜਿਹੜੇ ਨੁਮਾਇੰਦੇ ਆ ਉਹਨਾਂ ਦੇ ਰਾਹੀਂ ਗੱਲਬਾਤ ਅੱਜ ਸਾਡੀ ਦੂਸਰੀ ਧਿਰ ਕੋਈ ਰਵਿੰਦਰ ਸਿੰਘ ਚੀਮਾ ਰਾਹੀਂ ਹੋ ਰਹੀ ਹੈ। ਅਸੀਂ ਚਾਹੁੰਦੇ ਹਾਂ ਵੀ ਕੋਈ ਨਾ ਕੋਈ ਕਿਸੇ ਹਿਸਾਬ ਨਾਲ ਵੀ ਗੱਲ ਸਿਰੇ ਚੜ੍ਹੇ ਔਰ ਇਹ ਕਣਕ ਬੋਰੀਆਂ 'ਚ ਪਵੇ ਅਤੇ ਸਾਨੂੰ ਪੇਮੈਂਟ ਸਾਨੂੰ ਆਵੇ, ਕਿਸਾਨ ਨੂੰ ਆਵੇ। ਤੋ ਜੋ ਕਿਉਂਕਿ ਐਗਰੋ ਬੇਸਡ ਹੈ ਜੀ, ਸਾਰੀ ਆਪਣਾ ਪੰਜਾਬ ਦਾ ਸਿਸਟਮ ਵੀ ਐਗਰੋ ਬੇਸਡ ਹੈ। ਅਗਰ ਮੰਡੀ 'ਚ ਪੈਸਾ ਆਏਗਾ ਤਾਂ ਬਾਜ਼ਾਰ 'ਚ ਪੈਸਾ ਜਾਣਾ ਹੈ ਤੇ ਨਹੀਂ ਸਾਰਾ ਸਿਸਟਮ ਹਿਲ ਜਾਏਗਾ ਜੀ। ਜੇ ਕਣਕ ਦੀ ਆਮਦ ਨੂੰ ਦੇਖੀਏ ਤਾਂ ਕਿੰਨੀ ਕੁ ਹੋ ਚੁੱਕੀ ਹੈ ਤੇ ਕਦੋਂ ਤੱਕ ਹੋਣ ਦੀ ਉਮੀਦ ਹੈ? ਦੇਖੋ ਜੀ, ਕਣਕ ਦੀ ਆਮਦ ਤਾਂ ਅਸੀਂ ਰੋਕ ਕੇ ਰੱਖੀ ਹੋਈ ਸੀ, ਪਰ ਹੁਣ ਜਦੋਂ ਘਰਾਂ ਦੇ ਵਿੱਚ ਜਿਨ੍ਹਾਂ ਕੋਲ ਲਾਉਣ ਨੂੰ ਥਾਂ ਨਹੀਂ, ਉਹ ਤਾਂ ਮੰਡੀ 'ਚ ਹੀ ਲੈ ਕੇ ਆਏਗਾ। ਕੁਝ ਲੋਕਾਂ ਨੇ ਘਰਾਂ 'ਚ ਲਾ ਲਿੱਤੀ ਹੈ, ਉਹਨੂੰ ਵੀ ਦੁਬਾਰਾ ਖਰਚਾ ਪੈਣਾ ਹੈ ਜੀ। ਉਸ ਫਾਰਮਰ ਨੂੰ ਵੀ ਦੁਬਾਰਾ ਲੋਡਿੰਗ ਅਨਲੋਡਿੰਗ ਪੈਣੀ ਹੈ। ਨੁਕਸਾਨ ਤਾਂ ਹੈ ਹੀ ਹੈ ਜੀ। ਕਦੋਂ ਦੀ ਲਿਆਂਦੀ ਕਣਕ ਸਾਰੀ ਡਿਟੇਲ ਦੱਸੋ। ਇਹ 2 ਦਿਨ ਹੋ ਗਏ ਸਾਨੂੰ ਵੱਢੀ ਨੂੰ। ਬਾਪੂ ਮੇਰਾ ਦਿੱਲੀ ਬੈਠਾ ਜੀ, ਮੈਨੂੰ ਇੱਥੇ ਔਖਾ ਜੀ। ਵੱਢ ਕੇ ਲਿਆਉਣੀ ਹੈ ਜੇ ਮਸ਼ੀਨ ਚੱਲੀ ਜਾਂਦੀ ਹੈ ਜੀ ਖੇਤ, ਤੇ ਉੱਥੇ ਬੰਦੇ ਰੱਖੇ ਹੋਏ ਆ ਜੀ, ਤੇ ਇੱਥੇ ਮੈਂ ਆਪ ਖੁਦ ਬੈਠਾ ਜੀ, ਤੇ ਬਾਪੂ ਮੇਰਾ ਦਿੱਲੀ ਹੈ ਜੀ। ਖਰੀਦ ਬਾਰੇ ਕੀ ਕਹਿੰਦੇ? ਖਰੀਦ ਬਾਰੇ ਅਜੇ ਤਾਂ ਕੁਛ ਨਹੀਂ ਕਹਿੰਦੇ ਜੀ। 2 ਦਿਨ ਹੋ ਗਏ ਜੀ ਭਾਈ ਨੂੰ, ਹਜੇ ਆਉਂਦੇ ਆ ਬਈ ਹਜੇ ਕੋਈ ਪਤਾ ਨਹੀਂ ਕਿ ਪੱਕਾ ਜੀ ਕਿੰਨੇ ਤੱਕ ਵਿਕੂਗੀ। ਕੋਈ ਸਮੱਸਿਆ ਆ ਰਹੀ ਤੁਹਾਨੂੰ ਇਹਦੇ ਨਾਲ? ਸਮੱਸਿਆ ਹੀ ਹੈ ਜੀ, ਇੱਥੇ ਬੈਠਿਆਂ ਨੂੰ 2 ਦਿਨ ਤਾਂ ਅੱਗੇ ਹੋ ਗਏ, ਹੁਣ ਕੀ ਪਤਾ ਕਿੰਨੇ ਦਿਨ ਬੈਠਣਾ ਪਊਗਾ ਜੀ। ਸਮੱਸਿਆ ਹੀ ਹੈ ਜੀ। ਅੱਛਾ ਜੀ, ਕਣਕ ਲਿਆ ਕੇ ਰੱਖੀ ਬੈਠੇ, ਵੱਢ ਕੇ ਬੈਠੇ ਆ, ਕੋਈ ਖਰੀਦਦਾ ਨਹੀਂਗਾ। ਪਤਾ ਨਹੀਂ ਕੀ ਕਾਰਨ, ਸਰਕਾਰਾਂ ਸੁੱਤੀਆਂ ਪਈਆਂ, ਕਦੋਂ ਜਾਗਣਗੀਆਂ। ਕਿਸਾਨ ਪਰੇਸ਼ਾਨ ਆ। ਔਰ ਦਿੱਲੀ ਬੈਠੇ ਆ, ਇੱਧਰ ਜਿਹੜੇ 4 ਜੀ ਉਹ ਕੋਈ ਫਾਹੇ ਚੜੇ, ਕੋਈ ਮੰਡੀ 'ਚ ਬੈਠਾ। ਇੱਕ ਉਦੋਂ ਮੌਸਮ ਦਾ ਖਰਾਬਾ, ਕਣਕਾਂ ਡਿੱਗ ਪਈਆਂ, ਨੁਕਸਾਨ ਬਹੁਤ ਹੋ ਗਿਆ, ਝਾੜ ਘਟ ਗਏ। ਹੁਣ ਬੈਠੇ ਆ, ਕੀ ਕਿਤੇ ਜਾਵੇ ਉਹਨੂੰ। ਕੀ ਤੁਹਾਨੂੰ ਲੱਗਦਾ ਕੀ ਹੋਣਾ ਚਾਹੀਦਾ? ਸਾਨੂੰ ਤਾਂ ਹੋਣਾ ਚਾਹੀਦਾ ਖਰੀਦ ਕਰਨ, ਕੋਈ ਭਰਨ ਇਹਨਾਂ ਨੂੰ, ਤੋਲਣ, ਸਾਨੂੰ ਘਰੇ ਜਾਈਏ, ਮਸਲਾ ਕੋਈ ਹੱਲ ਹੋਵੇ। ਐਂ ਬੈਠਾ ਕੁਛ ਨਹੀਂ ਬਣਨਾ ਹੈਗਾ। ਕਿੰਨੇ ਦਿਨ ਤੋਂ ਆ ਰਹੇ ਆ ਕਿਸਾਨ ਕਣਕ ਲੈ ਕੇ? 3-4 ਦਿਨ ਹੋ ਗਏ ਜੀ। ਤੇ ਵਾਢੀ ਦਾ ਕਿਵੇਂ ਚੱਲ ਰਿਹਾ ਪਿੰਡਾਂ ਦੇ ਵਿੱਚ? ਪਿੰਡਾਂ 'ਚ ਵਾਢੀ ਦਾ ਜੀ ਬਹੁਤ ਸਕਾ ਵੱਢਦੇ ਲੋਕ, ਵੀ ਡਰਦੇ ਵੀ ਗਿੱਲੀ ਨਾ ਵੱਢੀ ਜਾਵੇ, ਸੁਕਾ ਕੇ ਵੱਢੀਏ। ਐਤਕੀ ਮੌਸਮ ਦੀ ਖਰਾਬੀ, ਕਣਕ ਪਹਿਲਾਂ ਆ ਗਈ ਥੋੜ੍ਹੀ ਜਿਹੀ, ਅਤੇ ਕਣਕਾਂ ਜੋ ਸੁੱਕੀਆਂ ਵੱਢੀਆਂ। ਇਹ ਸਰਕਾਰ ਕਹਿੰਦੀ ਆ ਵੀ ਕੱਲ੍ਹ ਤੋਂ ਸਰਕਾਰੀ ਖਰੀਦ ਸ਼ੁਰੂ ਹੋ ਜਾਊਗੀ, ਤੇ ਤੁਹਾਨੂੰ ਲੱਗਦਾ ਵੀ ਇਹਨਾਂ ਨੇ ਪ੍ਰਬੰਧ ਹੋ ਜੇ ਕਰ ਲਏ? ਸਾਨੂੰ ਤਾਂ ਕੋਈ ਸਮਝ ਨਹੀਂ ਲੱਗਦੇ ਨਹੀਂ ਜੀ। ਹਜੇ ਤਾਂ ਕਹਿਣ ਦੀਆਂ ਕਮਾਉਣ ਦੀਆਂ ਹੋਣਗੀਆਂ, ਉਦੋਂ ਪਤਾ ਲੱਗ ਜੂ ਫਿਰ ਨੂੰ। ਮੰਡੀ 'ਚ ਕੀ ਸਮੱਸਿਆ ਆ ਰਹੀ ਹੈ? ਕਣਕ ਕਦੋਂ ਤੋਂ ਲੈ ਕੇ ਆਏ ਹੋ? ਸਾਨੂੰ 2-3 ਦਿਨ ਹੋ ਗਏ ਜੀ, ਸਰਕਾਰਾਂ ਖਰੀਦ ਨਹੀਂ ਰਹੀਆਂ ਜੀ। ਕੀ ਕਾ ਲੱਗਦਾ ਕਾਰਨ, ਤੁਹਾਨੂੰ ਕਿਉਂ ਨਹੀਂ ਖਰੀਦਦੀ? ਕਾਰਨ ਸਰਕਾਰਾਂ ਲੜਾਈ ਜਾਂਦੀਆਂ ਜੀ, ਖਰੀਦ ਹੋਣੀ ਚਾਹੀਦੀ ਹੈ, ਪਰੇਸ਼ਾਨ ਹੋ ਰਹੇ। ਕਿਸਾਨਾਂ ਕਿਸ ਤਰ੍ਹਾਂ ਪਰੇਸ਼ਾਨੀਆਂ ਆ ਰਹੀਆਂ ਇੱਥੇ ਨੇ? ਕਿਸਾਨਾਂ ਦੀ ਗੱਲ ਕਰੀਏ ਕਿੰਨੀ ਸਮੱਸਿਆ? ਪਰੇਸ਼ਾਨੀਆਂ ਹੀ ਆ ਰਹੀਆਂ ਜੀ, 2-3 ਦਿਨ ਤੋਂ ਬੈਠੇ ਆ ਜੀ ਇੱਥੇ ਹਰ ਵਾਰ ਸਾਡੇ। ਦਿੱਲੀ 'ਚ ਬੈਠੇ ਆ ਕਿਸਾਨ, ਉਹਦੇ ਕਰਕੇ ਵੀ ਲੱਗਦਾ ਤਾਂ? ਹਾਂਜੀ, ਉਹਦੇ ਕਰਕੇ ਵੀ ਹੋ ਸਕਦਾ ਨਹੀਂ ਖਰੀਦ ਰਹੇ ਜੀ, ਉੱਥੇ ਲੜਾਈ ਲੜਾ ਰਹੇ ਆ ਜੀ। ਕਣਕ ਖਰੀਦ ਹੋਣੀ ਚਾਹੀਦੀ ਹੈ ਜੀ। ਦੇਖੋ ਹਾਲੀ ਸਾਹਿਬ, ਸਾਡੇ ਫਰੀਦਕੋਟ ਦੇ ਵਿੱਚ 15 ਮੰਡੀਆਂ ਜਿਹੜੀਆਂ ਪੇਂਡੂ ਮੰਡੀਆਂ ਪੈਂਦੀਆਂ, ਤੇ 16ਵੀਂ ਮੰਡੀ ਜਿਹੜੀ ਆ ਉਹ ਫਰੀਦਕੋਟ ਦੀ ਹੈ। ਤਕਰੀਬਨ 16 ਮੰਡੀਆਂ ਦੇ ਵਿੱਚ ਖਰੀਦ ਦੇ ਸਾਡੇ ਬਹੁਤ
ਵਧੀਆ ਪ੍ਰਬੰਧ ਕੀਤੇ ਨੇ ਸਫਾਈ ਪੱਖੋਂ। ਹੋਰ ਜਿਹੜੇ ਜ਼ਿਮੀਂਦਾਰਾਂ ਦੇ ਬੈਠਣ ਵਾਸਤੇ ਛਾਂ ਦੇ ਪ੍ਰਬੰਧ, ਪਾਣੀ ਦਾ ਪ੍ਰਬੰਧ, ਸਫਾਈ ਦਾ ਮੰਡੀਆਂ ਦੇ ਵਿੱਚ ਉਹ ਪੂਰਾ ਪ੍ਰਬੰਧ ਕਰ ਲਿਆ। ਮੈਂ ਆਪ ਉਚੇਚੇ ਤੌਰ 'ਤੇ ਪਰਸੋਂ ਸਾਰੀਆਂ ਮੰਡੀਆਂ ਦੇ ਵਿੱਚ, ਫਰੀਦਕੋਟ ਵਾਲੀਆਂ ਮੇਨ ਮੰਡੀਆਂ 'ਚ, ਕੁਛ ਨਾਲ ਲੱਗਦੀਆਂ ਮੰਡੀਆਂ ਚੈੱਕਅਪ ਕੀਤਾ। ਉਹਦੇ ਬਾਅਦ ਸੈਕਟਰੀ ਸਾਹਿਬ ਦੀ ਡਿਊਟੀ ਲਈ ਹੈ ਤੇ ਸਾਰੀਆਂ ਤਕਰੀਬਨ ਠੀਕ ਹੈ ਸਫਾਈ ਪੱਖੋਂ। ਕਿੰਨੀ ਕੁ ਉਮੀਦ ਆ ਕਣਕ ਦੀ ਆਮਦ ਹੋਣ ਦੀ? ਦੇਖੋ, ਜੋ ਪਿਛਲੇ ਸਾਲ ਸੀ ਉਹ 13,91,394 ਕੁਇੰਟਲ ਦੀ ਲਗਭਗ ਖਰੀਦ ਹੋਈ ਸੀ ਤੇ ਇਸ ਵਾਰ ਵੀ ਤਕਰੀਬਨ ਇੰਨੀ ਤਾਂ ਆਵੇਗੀ। ਕੁਛ ਝਾੜ ਤੇ ਡਿਪੈਂਡ ਕਰਦਾ ਵੀ ਕਿਸ ਤਰ੍ਹਾਂ ਦਾ। ਜਿਹੜਾ ਸਿੱਧੀ ਅਦਾਇਗੀ ਨੂੰ ਲੈ ਕੇ ਇੱਕ ਆੜ੍ਹਤੀਏ ਹੜਤਾਲ ਤੇ ਆ, ਉਸ ਮਸਲੇ ਨੂੰ ਕਿਵੇਂ ਹੱਲ ਕਰੋਗੇ ਕਿਸਾਨਾਂ ਦੇ ਲੈ ਕੇ? ਦੇਖੋ, ਬੜੀ ਸਾਡੇ ਜਿਹੜੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਦੇ ਦੇਸ਼ਾਂ ਨਾਲ ਉੱਥੇ ਕੱਲ੍ਹ ਹੀ ਮੀਟਿੰਗ ਹੋਈ ਸੀ। ਸਾਹ ਲਾਲ ਸਿੰਘ ਸਾਡੇ ਜਿਹੜੇ ਆਪਣਾ ਚੇਅਰਮੈਨ ਨੇ ਇੱਥੋਂ ਦੇ ਸਾਡੇ ਅਦਾਰੇ ਦੇ, ਤੇ ਨਾਲ ਵਿਜੇਂਦਰ ਸਿੰਗਲਾ ਜੀ ਮਿਨਿਸਟਰ ਸਾਹਿਬ ਸੀ, ਭਾਰਤ ਭੂਸ਼ਣ ਸੀ ਜਿਹੜੇ ਖੁਰਾਕ ਸਪਲਾਈ ਮੰਤਰੀ ਨੇ। ਉਹ ਤਿੰਨਾਂ ਦੀ ਮੀਟਿੰਗ ਹੋਈ ਹੈ, ਪਰ ਮੈਨੂੰ ਲੱਗਦਾ ਵੀ ਕੋਈ ਗੱਲ ਹਜੇ ਸਿਰੇ ਨਹੀਂ ਲੱਗੇਗੀ। ਅੱਜ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਰੇ ਬੈਠ ਕੇ ਮੀਟਿੰਗ ਕਰ ਰਹੇ ਆ, ਕੋਈ ਨਾ ਕੋਈ ਸਾਰਥਕ ਹੱਲ ਜ਼ਰੂਰ ਨਿਕਲਣ ਦੀ ਸੰਭਾਵਨਾ ਹੈ। ਇਹਦਾ ਨੁਕਸਾਨ ਕੀ ਹੋਊਗਾ ਜਿਹੜਾ ਆੜ੍ਹਤੀਆਂ ਦੀ ਹੜਤਾਲ ਚੱਲੀ ਜਾਂਦੀ ਹੈ ਤੇ ਕਿਸਾਨਾਂ ਦੀ ਪਰੇਸ਼ਾਨੀ ਨੂੰ ਹੱਲ ਕਰਨ ਲਈ ਕੀ ਨੁਕਸਾਨ ਹੋਣਾ ਇਹਦਾ? ਦੇਖੋ, ਨੁਕਸਾਨ ਤਾਂ ਹੈ ਹੀ ਹੈ ਕਿ ਜਿਹੜੀ ਮੋਦੀ ਸਰਕਾਰ ਦਾ ਜਿਹੜਾ ਬੜਾ ਅੜੀਅਲ ਰਵੱਈਆ ਹੈ, ਮੈਂ ਤਾਂ ਦੇਖਿਆ ਆਪਣੀ ਆਪਦੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਦੇਖਿਆ ਕਿ ਇਸ ਤਰ੍ਹਾਂ ਦਾ ਜਿਹੜਾ ਸਾਡਾ ਜਿਸ ਨੂੰ ਵਾਗਡੋਰ ਦੇਸ਼ ਦੀ ਦਿੱਤੀ ਆ, ਉਹਦੇ ਕੰਨ 'ਤੇ ਜੂ ਨਹੀਂ ਸਰਕ ਰਹੀ। ਉਹ ਇੱਕ ਮਤਲਬ ਬੜਾ ਇਸ ਤਰ੍ਹਾਂ ਦਾ ਰਵੱਈਆ ਤਾਂ ਕਿਤੇ ਦੇਖਣ ਨੂੰ ਮਿਲਿਆ ਨਹੀਂ ਸੀ। ਨਹੀਂ, ਉਹਦਾ ਨੁਕਸਾਨ ਕੀ ਹੋਣਾ? ਆਰਥਿਕ ਪੱਧਰ 'ਤੇ ਕੀ ਨੁਕਸਾਨ ਹੋਊਗਾ ਕਿਸਾਨਾਂ ਨੂੰ ਜਾਂ ਆੜ੍ਹਤੀਆਂ ਨੂੰ? ਦੇਖੋ, ਸਾਡਾ ਜਿਹੜਾ ਰਿਸ਼ਤਾ ਹੈ ਕਿਸਾਨਾਂ ਦੇ ਆੜ੍ਹਤੀਆਂ ਨਾਲ ਕਿਸਾਨਾਂ ਦਾ ਸੀਗਾ, ਇੱਕ ਪਵਿੱਤਰ ਰਿਸ਼ਤਾ ਸੀਗਾ। ਜਦੋਂ ਵੀ ਕਿਤੇ ਸਾਨੂੰ ਲੋੜ ਪੈਂਦੀ ਸੀ ਪੈਸਿਆਂ ਦੀ, ਰਾਤ ਨੂੰ ਕਿਸੇ ਵੇਲੇ ਵੀ ਕਿਸੇ ਦੇ ਦੁੱਖ ਤਕਲੀਫ ਹੈ, ਤਾਂ ਆੜ੍ਹਤੀ ਇੱਕ ਸਾਡਾ ਜ਼ਰੀਆ ਹੁੰਦਾ ਸੀ ਜਿਹੜਾ ਸਾਡੇ ਮਤਲਬ ਆਉਂਦਾ ਸੀਗਾ। ਅਤੇ ਇੱਕ ਤਾਂ ਤਰ੍ਹਾਂ ਦਾ ਦੋਨਾਂ ਦੇ ਰਿਸ਼ਤਿਆਂ ਦੇ ਨੂੰ ਇਹਨੇ ਬੜਾ ਖਿਲਵਾੜ ਕਰਤਾ। ਦੂਸਰੇ ਪਾਸੇ ਅੱਜ ਜਿਹੜਾ ਜ਼ਿਮੀਂਦਾਰ ਆ ਜਿਹਦਾ 10-9 ਦੀ ਕਿਰਤ ਕਰਕੇ ਉਹ ਸੱਪਾਂ ਦੀਆਂ ਸਰੀਆਂ ਮਿੱਧ ਕੇ ਪਾਲਣ ਵਾਲਾ ਕਿਸਾਨ, ਉਹ ਅੱਜ ਉਹਦੇ ਮਨ 'ਤੇ ਬੜੀ ਹੋ ਰਹੀ ਵੀ ਸਾਡੀ ਫਸਲ ਦਾ ਭਵਿੱਖ ਕੀ ਹੈ। ਅੱਗੇ ਹੀ ਸਾਡੇ ਤਾਂ ਇੱਥੇ ਸਾਡੇ ਪੰਜਾਬ ਦੇ ਨੌਜਵਾਨ ਜਿਹੜੇ ਵਰਗ ਹੈ ਉਹ ਬਾਹਰਲੇ ਮੁਲਕਾਂ ਨੂੰ ਤਿਆਰੀ ਕਰੀ ਬੈਠੇ ਆ ਔਰ ਜਾ ਰਹੇ ਆ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇੱਕ ਮੇਨ ਸਾਡਾ ਧੰਦਾ ਸੀ ਪੰਜਾਬ ਦਾ, ਜਿਹਦੇ ਨਾਲ ਮਜ਼ਦੂਰ ਹਰ ਇੱਕ ਤਰ੍ਹਾਂ ਦਾ ਵਪਾਰੀ ਵਰਗ ਉਹ ਕਿਸਾਨੀ ਨਾਲ ਜੁੜਿਆ ਹੋਇਆ। ਅਤੇ ਅੱਜ ਮੋਦੀ ਸਰਕਾਰ ਨੇ ਬਿਲਕੁਲ ਸਾਨੂੰ ਇਹ ਜਿੱਥੇ ਕਿ ਅੱਗੇ ਲੋਕ ਆਤਮ ਹੱਤਿਆ ਕਰ ਰਹੇ, ਉਹਦੇ ਲਈ ਹੋਰ ਵੀ ਇੱਕ ਤਰ੍ਹਾਂ ਦੀ ਮੋਹਰ ਲਾ ਦਿੱਤੀ ਹੈ ਕਿ ਹੋਰ ਸਾਡੇ ਕੋਲ ਕੋਈ ਚਾਰਾ ਹੀ ਨਹੀਂ ਰਿਹਾ। ਇੱਕ ਵਾਰੀ ਤੁਹਾਨੂੰ ਬੇਨਤੀ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਜੇ ਤੱਕ ਸਾਡੇ ਚੈਨਲ ਨੂੰ ਫੋਲੋ ਨਹੀਂ ਕੀਤਾ ਜਾਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਉਸ ਨੂੰ ਫੋਲੋ ਕਰ ਲਓ ਅਤੇ ਸਾਡੀ ਇਸ ਵੀਡੀਓ ਨੂੰ ਚੰਗੀ ਲੱਗੀ ਤਾਂ ਲਾਈਕ ਕਰੋ, ਕਮੈਂਟ ਕਰੋ ਅਤੇ ਅੱਗੇ ਵੀ ਸ਼ੇਅਰ ਕਰੋ।